ਹੈਲੋ ਬੱਚੋ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂਜੀ ਬੱਚੇ, ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਬੱਚੇ, ਅਸੀਂ ਪਿਛਲੇ 2 ਹਫ਼ਤਿਆਂ ਦੇ ਵਿੱਚ ਸਾਹਿਤਕ ਕਿਰਨਾਂ ਦਾ ਪਾਠ ਪਹਿਲਾ, ਜਿਹੜੀ ਕਿ ਪੋਇਮ ਸੀਗੀ ਫਰੀਦਾ ਜੇ ਤੂੰ ਅਕਲ ਲਤੀਫ, ਤੇ ਦੂਸਰਾ ਉਸੇ ਹੀ ਕਿਤਾਬ ਦਾ ਵਾਰਤਕ ਭਾਗ ਦਾ ਚੈਪਟਰ 1 ਕਬੱਡੀ, ਇਹ 2 ਚੈਪਟਰ ਪੂਰੇ ਕੀਤੇ ਹੈ। ਦੋਨਾਂ ਦੇ ਸ਼ੋਰਟ ਕੁਐਸਚਨ ਆਨਸਰਸ ਤੇ ਟਿੱਪਣੀ ਤੁਸੀਂ ਆਦੀ ਨੋਟਬੁੱਕ 'ਤੇ ਲਿਖਣੀ ਹੈ ਅਤੇ ਮੈਨੂੰ ਸੈਂਡ ਕਰਨੀ ਹੈ ਕਿ ਅਸੀਂ ਕੰਮ ਇਹ ਕਰ ਲਿਆ ਹੈ। ਅੱਜ ਜਿਹੜਾ ਅਸੀਂ ਅੱਗੋਂ ਪੜ੍ਹਨ ਜਾ ਰਹੇ ਹਾਂ ਉਹ ਤੁਹਾਡੀ ਦੂਸਰੀ ਬੁੱਕ ਹੈ ਸਾਹਿਤਕ ਰੰਗ ਪਾਰਟ 1। 9th ਕਲਾਸ ਵਿੱਚ ਸਾਹਿਤਕ ਕਿਰਨਾਂ ਪਾਰਟ 1 ਅਤੇ ਸਾਹਿਤਕ ਰੰਗ ਪਾਰਟ 1 ਹੈ। ਅਤੇ ਜਿਹੜੀ ਦੂਜੀ ਬੁੱਕ ਹੈ ਉਹਦਾ ਅਸੀਂ ਪਹਿਲਾ ਚੈਪਟਰ ਰੀਡ ਕਰਾਂਗੇ, ਜਿਸ ਦਾ ਨਾਂ ਹੈ ਇੱਕ ਸਧਾਰਨ ਆਦਮੀ। ਹਾਂਜੀ ਬੱਚੇ, ਇੱਕ ਸਧਾਰਨ ਆਦਮੀ ਸੰਤੋਖ ਸਿੰਘ ਧੀਰ ਦੀ ਲਿਖੀ ਹੋਈ ਹੈ। ਸੰਤੋਖ ਸਿੰਘ ਧੀਰ ਇਸ ਦੇ ਲੇਖਕ ਹਨ। ਸਰਦਾਰ ਸੰਤੋਖ ਸਿੰਘ ਧੀਰ ਦਾ ਨਾਂ ਪੰਜਾਬੀ ਦੇ ਸਿਰਮੌਰ ਲੇਖਕਾਂ ਵਿੱਚ ਲਿਆ ਜਾਂਦਾ ਹੈ। ਪੰਜਾਬੀ ਦੇ ਸਿਰਮੌਰ ਲੇਖਕਾਂ ਵਿੱਚ ਲਿਆ ਜਾਂਦਾ ਹੈ। ਇਹਨਾਂ ਦਾ ਜਨਮ 2 ਦਸੰਬਰ 1920 ਨੂੰ ਸਰਹੰਦ ਨੇੜੇ ਆਪਣੇ ਨਾਨਕੇ ਘਰ ਬਸੀ ਪਠਾਨਾ ਵਿਖੇ ਹੋਇਆ। ਇਹਨਾਂ ਦਾ ਪਾਲਣ ਪੋਸ਼ਣ ਨਾਨਕਿਆਂ ਤੋਂ ਥੋੜ੍ਹੀ ਦੂਰ ਆਪਣੇ ਦਾਦਕੇ ਪਿੰਡ ਡਡਹੋੜੀ ਵਿਖੇ ਹੋਇਆ। ਕਹਿਣ ਦਾ ਅਰਥ ਹੈ ਕਿ ਇਹਨਾਂ ਦਾ ਜਨਮ ਤਾਂ ਨਾਨਕੇ ਘਰ ਹੋਇਆ ਸੀ, ਪਰ ਜਿਹੜਾ ਇਹਨਾਂ ਦਾ ਪਾਲਣ ਪੋਸ਼ਣ ਜਦੋਂ ਇਹ ਪਲੇ ਵਧੇ ਉਹ ਆਪਦੇ ਦਾਦਕੇ ਘਰ ਸੀਗੇ। ਸੰਤੋਖ ਸਿੰਘ ਧੀਰ ਨੇ ਪੰਜਾਬੀ ਸਾਹਿਤ ਜਗਤ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਕਵਿਤਾ, ਨਾਵਲ, ਲੇਖ, ਸਫ਼ਰਨਾਮਾ ਅਤੇ ਸਵੈ ਜੀਵਨੀ, ਲਗਭਗ ਹਰ ਵਿਧਾ ਵਿੱਚ ਉਹਨਾਂ ਨੇ ਆਪਣੀ ਕਲਮ ਚਲਾਈ ਹੈ। ਸੰਤੋਖ ਸਿੰਘ ਧੀਰ ਨੂੰ ਸਾਹਿਤ ਅਕਾਦਮੀ ਇਨਾਮ, ਸੋਵੀਅਤ ਦੇਸ਼, ਨਹਿਰੂ ਇਨਾਮ, ਕੈਨੇਡਾ ਅਤੇ ਪੰਜਾਬੀ ਸਾਹਿਤ ਅਕਾਦਮੀ UK ਵਿੱਚ ਜਏ ਚਰਚਿਤ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਕਹਿਣ ਦਾ ਅਰਥ ਹੈ ਕਿ ਸੰਤੋਖ ਸਿੰਘ ਧੀਰ ਨੂੰ ਕਿਹੜੇ ਇਨਾਮ ਦਿੱਤੇ ਗਏ ਹਨ। ਆਪ 1994 ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਜੀਵਨ ਫੈਲੋ ਰਹੇ। ਇਹ ਤਾਂ ਸੀਗਾ ਸੰਤੋਖ ਸਿੰਘ ਧੀਰ ਦੀ ਸ਼ਖਸੀਅਤ ਤੇ ਰਚਨਾ। ਅੱਗੋਂ ਅਸੀਂ ਇੱਕ ਸਧਾਰਨ ਆਦਮੀ ਕਹਾਣੀ ਦਾ ਸਾਰ ਪੜ੍ਹਨ ਜਾ ਰਹੇ ਹਾਂ ਕਿ ਇੱਕ ਸਧਾਰਨ ਆਦਮੀ ਦੀ ਕਹਾਣੀ ਕੀ ਹੈ। 50 ਵਰ੍ਹੇ ਦੀ ਉਮਰ ਵਿੱਚ ਜਿਉਣੇ ਨੇ ਕਦੇ ਕੁੱਤੇ ਦੇ ਵੀ ਸੋਟੀ ਨਹੀਂ ਸੀ ਮਾਰੀ, ਪਰ ਅੱਜ ਅਚਾਨਕ ਉਸ ਦੇ ਹੱਥੋਂ ਆਦਮੀ ਦਾ ਕਤਲ ਹੋ ਗਿਆ। ਹੁਣ ਉਹ ਡੋਰਾ ਭੋਰਾ ਸੀ, ਘਾਬਰਿਆ ਹੋਇਆ ਤੇ ਡੈਬਰਿਆ ਹੋਇਆ। ਕਹਿਣ ਦਾ ਮਤਲਬ ਕਿ ਕਹਾਣੀ ਦੇ ਵਿੱਚ ਇੱਕ ਜਿਉਣਾ ਹੈ ਜਿਸ ਦੀ 50 ਸਾਲ ਉਮਰ ਹੈ। ਬੰਦਾ ਤਾਂ ਕੀ ਮਾਰਨਾ, ਉਸਨੇ ਅੱਜ ਤੱਕ ਕਦੇ ਕੁੱਤੇ ਦੇ ਵੀ ਸੋਟੀ ਨਹੀਂ ਸੀ ਮਾਰੀ, ਇੰਨਾ ਉਹ ਸਧਾਰਨ ਆਦਮੀ ਸੀ। ਪਰ ਇਸ ਕਹਾਣੀ ਦੇ ਵਿੱਚ ਉਸ ਦੇ ਹੱਥੋਂ ਇੱਕ ਆਦਮੀ ਦਾ ਕਤਲ ਹੋ ਜਾਂਦਾ ਹੈ, ਜਿਸ ਕਾਰਨ ਉਹ ਬਹੁਤ ਜ਼ਿਆਦਾ ਘਾਬਰਿਆ ਹੋਇਆ ਹੈ। ਵਿਸਾਖ ਦਾ ਮਹੀਨਾ ਸੀ, ਕਣਕਾਂ ਵੱਢੀਆਂ ਗਈਆਂ ਸਨ, ਗੰਨੇ ਨੂੰ ਤੇ ਗੰਢਿਆਂ ਨੂੰ ਪਾਣੀ ਦੇਣ ਦੇ ਦਿਨ ਸਨ। ਤੜਕੇ 3 ਵਜੇ ਜਿਉਣੇ ਨੇ ਬਲਦ ਖੋਲ੍ਹੇ ਤੇ ਹਿੱਸਾਂ ਵਾਲੇ ਖੂਹ ਉੱਤੇ ਗੰਨੇ ਦੇ ਖੇਤਾਂ ਨੂੰ ਪਾਣੀ ਦੇਣ ਆ ਗਿਆ। ਵਿਸਾਖ ਦਾ ਮਹੀਨਾ ਦੇਸੀ ਮਹੀਨਾ ਹੈ, ਅਪ੍ਰੈਲ ਦਾ ਮਹੀਨਾ ਹੁੰਦਾ ਹੈ, ਕਿਉਂਕਿ ਅਪ੍ਰੈਲ ਦੇ ਮਹੀਨੇ ਵਿੱਚ ਹੀ ਕਣਕਾਂ ਵੱਢੀਆਂ ਜਾਂਦੀਆਂ ਹਨ। ਅਤੇ ਜਦੋਂ ਕਣਕਾਂ ਵੱਢ ਲਈਆਂ ਜਾਂਦੀਆਂ ਹਨ, ਉਦੋਂ ਬਾਅਦ ਹੋਰ ਫਸਲਾਂ ਉਗਾਉਣ ਦੀ ਤਿਆਰੀ ਕੀਤੀ ਜਾਂਦੀ ਹੈ। ਇਹਦੇ ਵਿੱਚ ਉਸਨੇ ਦੱਸਿਆ ਹੈ ਕਿ ਗੰਨੇ ਅਤੇ ਗੰਢੇ ਉਹ ਉਗਾਏ ਅਤੇ ਉਹਦੇ ਪਾਣੀ ਦੇਣ ਦੇ ਵਾਰੀ ਸੀ। ਅਤੇ ਜਿਉਣਾ ਸਵੇਰ ਨਾਲ ਉੱਠਿਆ, ਉਸਨੇ ਆਪਦੇ ਬਲਦ ਖੋਲ੍ਹੇ, ਹਿੱਸਾਂ ਵਾਲੇ ਖੂਹ, ਜਿਹੜੇ ਜਗ੍ਹਾ 'ਤੇ ਖੂਹ ਸੀਗਾ, ਉਸ ਨੂੰ ਗੰਨੇ ਦੇ ਖੇਤਾਂ ਨੂੰ ਪਾਣੀ ਦੇਣ ਲਈ ਆ ਗਿਆ। ਕਿਉਂਕਿ ਅੱਜ ਉਹਨਾਂ ਦੀ ਵਾਰੀ ਸੀ। ਜਿਉਣੇ ਦੇ ਨਾਲ ਜਿਹੜੇ ਖੇਤ ਸਨ, ਉਹਦੇ ਨਾਲ ਉਹਦਾ ਜਿਹੜਾ ਮਾਲਕ ਸੀ, ਉਹ ਅਤੇ ਜਿਉਣਾ ਦੋਨਾਂ ਨੇ ਵਾਰੀਆਂ ਬੰਨ੍ਹ ਰੱਖੀਆਂ ਸਨ, ਜਿਹਦੇ ਕਰਕੇ ਅੱਜ ਉਹਨਾਂ ਦੀ ਵਾਰੀ ਸੀ। ਉਸ ਨਾਲ ਉਸਦਾ ਛੋਟਾ ਭਾਈ ਬਚਨ ਸਿੰਘ ਵੀ ਆਇਆ ਸੀ ਨੱਕੇ ਛੱਡਣ ਵਾਸਤੇ। ਹੁਣ ਬਚਨ ਸਿੰਘ ਕਿਹਦਾ ਭਰਾ ਹੈ? ਜਿਉਣੇ ਦਾ। ਜਿਉਣਾ ਅਤੇ ਬਚਨਾ ਦੋਨੋਂ ਭਰਾ ਹਨ।
ਖੂਹ ਨਿਆਈ ਵਿੱਚ ਸੀ। ਪਿੰਡ ਦੀ ਫਿਰਨੀ ਨਾਲ ਹੀ ਖੂਹ ਤੋਂ ਥੋੜ੍ਹੀ ਦੂਰ ਹੀ ਕੋਈ 100 ਕੁ ਗਜ ਫਰਕ ਨਾਲ ਅਕਾਲੀਆਂ ਦਾ ਘਰ ਸੀ। ਸੱਦਾ ਸਿੰਘ ਅਕਾਲੀ ਜੇ ਖੂਹ ਦਾ ਹਿੱਸੇਦਾਰ ਸੀ ਤਾਂ ਮੰਨਿਆ ਹੋਇਆ ਅੜਬ ਵੀ। ਕਹਿਣ ਦਾ ਮਤਲਬ ਕਿ ਖੂਹ ਤੋਂ ਥੋੜ੍ਹੀ ਦੂਰ ਹੀ ਥੋੜ੍ਹੇ ਗਜ ਦੂਰ ਅਕਾਲੀਆਂ ਦਾ ਘਰ ਸੀ, ਜਿਹਦੇ ਵਿੱਚ ਸੱਦਾ ਸਿੰਘ ਅਕਾਲੀ ਰਹਿੰਦਾ ਸੀ, ਜਿਹੜਾ ਕਿ ਉਸ ਖੂਹ ਦਾ ਹਿੱਸੇਦਾਰ ਸੀ। ਅਤੇ ਅੜਬ ਦਾ ਮਤਲਬ ਜਿੱਦੀ। ਆਪਣੇ ਘਰ ਦੇ ਵਿਹੜੇ ਵਿੱਚ ਪਸ਼ੂਆਂ ਲਾਗੇ ਪਿਆ ਸੀ। ਉਸ ਦਾ ਕਹਿਣਾ ਇਹ ਸੀ ਕਿ ਅੱਜ ਉਹਨਾਂ ਦੀ ਵਾਰੀ ਹੈ। ਜਿਉਣੇ ਹੋਰੀ ਖੂਹ ਨਾ ਜੋੜਨ। ਹੁਣ ਸੱਦਾ ਸਿੰਘ ਕਹਿ ਰਿਹਾ ਹੈ ਕਿ ਸਾਡੇ ਖੂਹ 'ਤੇ ਵਾਰੀ ਹੈ, ਅਤੇ ਜਿਉਣਾ ਕਹਿ ਰਿਹਾ ਹੈ ਸਾਡੀ ਵਾਰੀ ਹੈ। ਜਿਉਣੇ ਹੋਰੀ ਖੂਹ ਨਾ ਜੋੜਨ, ਜੇ ਉਹ ਫਿਰ ਵੀ ਜੋੜਨਗੇ ਤਾਂ ਉਹ ਆ ਰੋਕੇਗਾ। ਸੱਦਾ ਸਿੰਘ ਨੂੰ ਇਸ ਗੱਲ ਦਾ ਗੁੱਸਾ ਆ ਰਿਹਾ ਸੀਗਾ ਕਿ ਉਸ ਦੇ ਮਨਾ ਕਰਨ ਦੇ ਬਾਵਜੂਦ ਵੀ ਜਿਉਣਾ ਖੇਤ ਨੂੰ ਜੋਤ ਰਿਹਾ ਹੈ। ਇਟ ਮੀਨਸ ਪਾਣੀ ਦੇ ਰਿਹਾ ਹੈ। ਜਿਉਣਾ ਖੂਹ ਜੋੜਨ ਲੱਗਾ। ਬਚਨ ਸਿੰਘ ਕਹੀ ਨਾਲ ਖਾਲ ਨੂੰ ਸਵਾਰਨ ਲੱਗ ਪਿਆ। ਖੂਹ ਜੋੜਨ ਦਾ ਮਤਲਬ ਹੁੰਦਾ ਹੈ ਖੂਹ ਨੂੰ ਤਿਆਰ ਕਰਨਾ, ਕਿ ਜਦੋਂ ਉਹਦੇ ਵਿੱਚੋਂ ਪਾਣੀ ਲੈਣਾ ਹੈ, ਆਪਦੇ ਖੇਤਾਂ ਨੂੰ ਪਾਣੀ ਦੇਣਾ ਹੈ ਤਾਂ ਉਸ ਦੀ ਤਿਆਰੀ ਕਰਨੀ। ਅਤੇ ਕਈ ਨਾਲ ਖਾਲ ਸਵਾਰਨ ਦਾ ਮਤਲਬ ਕਿ ਜਿੱਥੋਂ ਪਾਣੀ ਜਾਣਾ ਹੈ ਉਸ ਨੂੰ ਚੰਗੀ ਤਰ੍ਹਾਂ ਮਿੱਟੀ ਉਸ ਦੀ ਪਾਸੇ ਹਟਾ ਦੇਣੀ ਕਈ ਨਾਲ, ਅਤੇ ਸਾਫ਼ ਸੁਥਰੀ ਜਗ੍ਹਾ ਕਰ ਦੇਣੀ ਤਾਂ ਕਿ ਪਾਣੀ ਸਿੱਧਾ ਉਸ ਦੇ ਖੇਤਾਂ ਨੂੰ ਜਾਵੇ। ਥੋੜ੍ਹਾ ਥੋੜ੍ਹਾ ਦੋਹਾਂ ਤੋਂ ਨੇ ਹੀ ਸੱਦਾ ਸਿੰਘ ਦਾ ਸ਼ੱਕ ਸੀਗਾ ਕਿ ਉਹ ਰੋਕਣ ਤਾਂ ਆਵੇਗਾ, ਪਰ ਉਹ ਦੋਵੇਂ ਚੁੱਪ ਸਨ। ਸੁੰਨੀ ਰਾਤ ਸੀ। ਸੱਦਾ ਸਿੰਘ ਦਾ ਕੰਨ ਵੀ ਸਮਝੋ ਖੂਹ ਵਾਲੀ ਲੱਗਾ ਹੋਇਆ ਸੀ। ਹਿੱਸਾਂ ਵਾਲੇ ਖੂਹ ਉੱਤੇ ਜਦ ਖੂਹ ਜੁੜਨ ਦੀ ਆਵਾਜ਼ ਆਈ ਤਾਂ ਸੱਦਾ ਸਿੰਘ ਜਾਗ ਪਿਆ ਅਤੇ ਮੰਜੇ ਉੱਤੋਂ ਉੱਠ ਕੇ ਉਹ ਖੂਹ ਵੱਲ ਨੂੰ ਤੁਰ ਪਿਆ। ਉਸ ਦਾ ਪਿੰਡਾ ਨੰਗਾ ਸੀ, ਸਿਰ 'ਤੇ ਪੈਰ ਵੀ ਨੰਗੇ ਸਨ, ਸਿਰਫ ਚਿੱਟੀ ਕੱਛ ਹੀ ਉਸਨੇ ਤੋੜ ਪਹਿਨੀ ਹੋਈ ਸੀ। ਹੁਣ ਇੱਥੇ ਇਹ ਦੱਸਿਆ ਗਿਆ ਹੈ ਕਿ ਜਦੋਂ ਸੱਦਾ ਸਿੰਘ ਖੇਤ ਵਿੱਚ ਆਇਆ ਤਾਂ ਉਸਨੇ ਕੀ ਕੁਝ ਪਾ ਰੱਖਿਆ ਸੀਗਾ। ਚੰਨ ਚਾਨਣੀ ਰਾਤ ਸੀ। ਪੂਰਨਮਾਸ਼ੀ ਲੰਘਿਆਂ ਅਜੇ 3-4 ਦਿਨ ਹੋਏ ਸਨ। ਜਿਉਂਦੇ ਹੋਰਾਂ ਨੇ ਦੇਖਿਆ ਕਿ ਸੱਦਾ ਸਿੰਘ ਆ ਰਿਹਾ ਹੈ। ਸ਼ੱਕ ਤਾਂ ਸੀ ਹੀ ਉਹਨਾਂ ਨੂੰ। ਉਹ ਸਾਵਧਾਨ ਜੇ ਹੋ ਗਏ ਅਤੇ ਨਾਲੇ ਕੁਝ ਕੰਬਣ ਵੀ ਲੱਗ ਪਏ। ਉਹਨਾਂ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਅੱਜ ਉਹ ਛੇੜਾ ਛੇੜੇਗਾ। ਹੁਣ ਚੰਨ ਚਾਨਣੀ ਰਾਤ ਦਾ ਮਤਲਬ ਪੂਰਨਮਾਸ਼ੀ ਦੀ ਰਾਤ ਥੋੜ੍ਹੀ ਦੇਰ ਲੰਘੀ ਹੋਵੇ ਤਾਂ ਪੂਰਾ ਚੰਦਰਮਾ ਸਾਨੂੰ ਦਿਖਾਈ ਦਿੰਦਾ ਹੈ। ਉਹਨਾਂ ਦੋਨਾਂ ਭਰਾਵਾਂ ਨੂੰ, ਜਿਉਣੇ ਨੂੰ ਅਤੇ ਬਚਨੇ ਨੂੰ ਸ਼ੱਕ ਸੀਗਾ ਕਿ ਸੱਦਾ ਸਿੰਘ ਜ਼ਰੂਰ ਆਵੇਗਾ। ਜਿਉਣੇ ਹੋਰੀ ਨਰਮ ਸਨ। ਸੱਦਾ ਸਿੰਘ ਅੱਖੜ ਤੇ ਅੱਖੜ ਸੁਭਾਅ ਦਾ ਅਤੇ ਨਾਲ ਹੀ ਸਰੀਰ ਦਾ ਵੀ ਸੱਦਾ ਸਿੰਘ ਬਹੁਤ ਤਕੜਾ ਸੀ। ਲੰਮਾ ਕੱਦ, ਖੁੱਲ੍ਹਾ ਵਿੱਢ, ਪਹਿਲਵਾਨਾਂ ਵਰਗਾ ਜੁੱਸਾ। ਕਦੇ ਕਿਸੇ ਜ਼ਮਾਨੇ ਵਿੱਚ ਉਹ ਪਹਿਲਵਾਨ ਵੀ ਰਿਹਾ ਸੀ। ਭਾਵੇਂ ਹੁਣ ਉਹ ਬੁੱਢਾ ਸੀ, 60-62 ਵਰ੍ਹਿਆਂ ਦਾ, ਪਰ ਛਾਤੀ ਹੁਣ ਵੀ ਉਸਦੀ ਚੌੜੀ ਅਤੇ ਡੋਲੇ ਉਸਦੇ ਮੱਛੀਆਂ ਵਾਲੇ ਸਨ। ਇੱਥੇ ਬੱਚੇ ਸੱਦਾ ਸਿੰਘ ਦੀ ਉਮਰ ਬਾਰੇ ਗੱਲ ਕੀਤੀ ਗਈ ਹੈ ਅਤੇ ਉਸਦੇ ਸਰੀਰਿਕ ਬਾਰੇ ਗੱਲ ਕੀਤੀ ਗਈ ਕਿ ਉਸਦਾ ਸਰੀਰ ਕਿੱਦਾਂ ਦਾ ਸੀਗਾ। ਇਸ ਤਰ੍ਹਾਂ ਤੇ ਬਹੁਤ ਕੁਐਸਚਨ ਬਣ ਸਕਦੇ ਹਨ। ਪੱਟਾਂ ਉੱਤੇ ਛੱਲੀਆਂ ਅਤੇ ਪਿੰਜਣੀਆਂ ਉਸਦੀਆਂ ਮਜ਼ਬੂਤ ਸਨ। ਚਿਹਰਾ ਉਸਦਾ ਭਖਦਾ ਲਾਲ ਸੀ। ਵੱਡੇ ਵੱਡੇ ਉਸਦੇ ਹੱਥ ਅਤੇ ਪੈਰ। ਦੇਖਣ ਵਿੱਚ ਸੱਦਾ ਸਿੰਘ ਸ਼ਰੀਫ ਨਜ਼ਰ ਆਉਂਦਾ ਸੀ, ਕੋੜ ਜਾਂ ਲੜਾਕਾ ਨਹੀਂ। ਰੋਬ ਕੱਛ ਪਾਉਂਦਾ ਅਤੇ ਸਿਰ ਉੱਤੇ ਛੋਟੀ ਜਿਹੀ ਪੀਲੀ ਜਿਹੀ ਪੱਗ ਬੰਨ੍ਹਦਾ ਹੁੰਦਾ, ਜਿਵੇਂ ਉਹ ਗ੍ਰੰਥੀ ਹੁੰਦਾ ਹੈ। ਗੁਟਕਾ ਵੀ ਉਹ ਪੜ੍ਹਦਾ ਰਹਿੰਦਾ। ਇਸ ਕਰਕੇ ਲੋਕ ਉਸਨੂੰ ਭਾਈ ਜੀ ਵੀ ਕਹਿੰਦੇ ਸਨ, ਪਰ ਜਾਣਨ ਵਾਲੇ ਕਹਿੰਦੇ ਸਨ ਕਿ ਉਸ ਵਿੱਚ ਬਹੁਤ ਗੁੱਸਾ ਸੀ। ਨਿਰੀ ਅੱਗ ਦੀ ਨਾਲ ਸੀ ਉਹ ਨਾਲ। ਹੋਮਾ ਵੀ ਸੀ। ਹੋਮਾ ਦਾ ਮਤਲਬ ਅਹੰਕਾਰ ਸੀ ਉਸ ਦੇ ਵਿੱਚ। ਉਸ ਨੂੰ ਆਪਣੀ ਤਾਕਤ ਦਾ ਅਤੇ ਦੇਹ ਦਾ ਬਹੁਤ ਮਾਣ ਸੀ। ਜਿੱਥੇ ਵੀ ਉਹ ਅੜ ਜਾਂਦਾ ਆਪਣੀ ਜਿੱਦ ਪਗਾਉਂਦਾ, ਭਾਵੇਂ ਆਪਣੀ ਗਲਤੀ ਹੁੰਦੀ। ਕਹਿਣ ਦਾ ਮਤਲਬ ਉਸਦਾ ਸੁਭਾਅ ਬੜਾ ਕੱਬਾ ਸੀਗਾ, ਅੜਬ ਸੁਭਾਅ ਵਾਲਾ ਸੀ। ਦਿਖਦਾ ਨਹੀਂ ਸੀ ਉਸਦੇ ਸ਼ਕਲ ਤੋਂ, ਪਰ ਉਹ ਬਹੁਤ ਕੱਬਾ ਸੀਗਾ। ਲੱਗਦਾ ਕਿਵੇਂ ਸੀ? ਜਿਵੇਂ ਪਾਠੀ ਹੋਵੇ, ਗ੍ਰੰਥੀ ਹੋਵੇ, ਪਰ ਉਸਦੇ ਵਿੱਚ ਗੁੱਸਾ ਬਹੁਤ ਸੀਗਾ, ਅਹੰਕਾਰ ਬਹੁਤ ਸੀਗਾ। ਆਪਣੀ ਜਿੱਦ ਨੂੰ ਪੁਗਾ ਕੇ ਰਹਿੰਦਾ ਸੀ ਕਿ ਜਿਹੜੀ ਮੇਰੀ ਗੱਲ ਹੈ ਉਹ ਹੀ ਮੰਨੀ ਜਾਏ, ਚਾਹੇ ਉਹ ਗਲਤ ਹੋਵੇ।
ਸੱਦਾ ਸਿੰਘ ਨੂੰ ਹੁਣ ਤਾਂ ਫੇਰ ਵੀ ਘੱਟ ਸੀ, ਜਵਾਨੀ ਪਹਿਰੇ ਬੋਝ ਸੀ। ਜਦੋਂ ਚਾਹੇ ਜਿਸ ਦਾ ਮਰਜ਼ੀ ਖੂਹ ਛੁਡਵਾ ਦਿੰਦਾ ਸੀ ਅਤੇ ਜੁੜੇ ਬਲਦ ਵੀ ਖੁਲਵਾ ਦਿੰਦਾ। ਕਿਸੇ ਦੀ ਤਾਕਤ ਨਹੀਂ ਸੀ ਹੁੰਦੀ ਕਿ ਉਸ ਦੇ ਸਾਹਮਣੇ ਟੈਂ ਕਰ ਜਾਵੇ। ਟੈਂ ਦਾ ਮਤਲਬ ਉਸ ਦੇ ਸਾਹਮਣੇ ਕਿਸੇ ਦੀ ਹਿੰਮਤ ਨਹੀਂ ਪੈਂਦੀ ਸੀ ਕਿ ਉਹ ਕੁਛ ਵੀ ਬੋਲ ਜਾਣ। ਸਾਰੇ ਉਸ ਤੋਂ ਡਰਦੇ ਸਨ। ਕਿੰਨੀ ਵਾਰੀ ਜਿਉਣੇ ਦਾ ਹੀ ਉਸਨੇ ਖੂਹ ਛੁਡਵਾਇਆ ਸੀ ਤੇ ਜੁੜੇ ਬਲਦ ਵੀ ਖੁਲਵਾਏ ਸਨ। ਜਿਉਣਾ ਡਰ ਕੇ ਚੁੱਪ ਕਰ ਜਾਂਦਾ, ਕੋਈ ਵੀ ਬੋਲਦਾ ਨਹੀਂ ਸੀ। ਸੱਦਾ ਸਿੰਘ ਦਾ ਇੱਕ ਤਰ੍ਹਾਂ ਨਾਲ ਛੱਪਾ ਬੈਠਿਆ ਹੋਇਆ ਸੀ, ਉਸਦਾ ਰੋਬ ਜੰਮਿਆ ਹੋਇਆ ਸੀ। ਸੱਦਾ ਸਿੰਘ ਨੂੰ ਆਉਂਦਾ ਦੇਖ ਬਚਨ ਸਿੰਘ ਵੀ ਖਾਲ ਛੱਡ ਕੇ ਖੂਹ ਉੱਤੇ ਆ ਗਿਆ ਸੀ। ਕਹੀ ਉਸ ਦੇ ਕੋਲ ਸੀ। ਦੋਵੇਂ ਹੀ ਭਰਾ ਸੱਦਾ ਸਿੰਘ ਦੇ ਸਾਹਮਣੇ ਸਮਝੋ ਛੋਟੇ ਤੇ ਤੁੱਛ ਜਿਹੇ ਸਨ। ਸੱਦਾ ਸਿੰਘ ਤੁਰਦਾ ਤੁਰਦਾ ਖੂਹ ਦੇ ਨੇੜੇ ਆ ਗਿਆ ਤੇ ਆਉਂਦਾ ਹੀ ਉਹ ਆਖਣ ਲੱਗਾ, ਖੂਹ ਨਾ ਚਲਾਇਓ ਬਈ। ਉਸ ਦਾ ਬੋਲ ਡਾਂਟਵਾਂ ਤੇ ਤੜੀ ਨਾਲ ਭਰਿਆ ਹੋਇਆ ਸੀ। ਕਹਿਣ ਦਾ ਮਤਲਬ ਉਸਨੂੰ ਗੁੱਸਾ ਸੀਗਾ। ਕਿਉਂ ਨਾ ਚਲਾਈਏ ਖੂਹ? ਜਿਉਣੇ ਹੋਰੀ ਆਖਣ ਲੱਗੇ। ਡਰ ਅਤੇ ਘਬਰਾਹਟ ਨਾਲ ਉਹ ਧੱਕ ਧੱਕ ਕਰ ਰਹੇ ਸਨ। ਬਸ ਮੈਂ ਤੈਨੂੰ ਕਹਿ ਤਾ, ਖੂਹ ਨਾ ਚਲਾਇਓ। ਅੱਜ ਸਾਡੀ ਵਾਰੀ ਹੈ। ਤੁਹਾਡੀ ਵਾਰੀ ਕਿੱਥੇ ਹੈ? ਅੱਜ ਤਾਂ ਸਾਡੀ ਵਾਰੀ ਹੈ। ਬਸ ਮੈਂ ਤੁਹਾਨੂੰ ਕਹਿ ਤਾ ਨਾ, ਖੂਹ ਨਾ ਚਲਾਇਓ। ਜਿਉਣੇ ਨੂੰ ਗੁੱਸਾ ਆਇਆ। ਗੁੱਸਾ ਕਰਦੇ ਉਹ ਬੁੜਬੁੜਾਇਆ, ਆ ਗਿਆ ਇਹ ਨਾਡੂ ਖਾਂ। ਬਲਦ ਜੁੜੇ ਖੜੇ ਸਨ। ਤਦੇ ਬਲਦ ਹੱਕਣ ਲਈ ਜਿਉਣੇ ਨੇ ਚਟਕਾਰੀ ਮਾਰੀ। ਸੱਦਾ ਸਿੰਘ ਉਸ ਸਮੇਂ ਬਲਦਾਂ ਅੱਗੇ ਆ ਗਿਆ ਤੇ ਛਾਤੀ ਚੌੜੀ ਕਰਕੇ ਖਲੋ ਗਿਆ। ਚਲਾਓ, ਕਿਵੇਂ ਚਲਾਉਂਦੇ ਹੋ? ਉਸ ਨੇ ਰਾਹ ਨੂੰ ਰੋਕ ਲਿਆ। ਸੱਦਾ ਸਿੰਘ ਆਰਾਮ ਨਾਲ ਕਮਰ ਉੱਤੇ ਹੱਥ ਰੱਖੀ ਬਲਦਾਂ ਅੱਗੇ ਖੜਾ ਸੀ। ਉਸਦਾ ਪੇਟ ਵਧਿਆ ਹੋਇਆ ਸੀ ਤੇ ਗੋਡੇ ਉਸਦੇ ਤਣੇ ਹੋਏ ਸਨ। ਜੋ ਰੋਬ ਕੱਛ ਦੀਆਂ ਮੂਹਰੀਆਂ ਥੱਲੇ ਉਸਨੂੰ ਚੁੱਕੀ ਖੜੇ ਸਨ। ਸਿਰ ਥੋੜ੍ਹਾ ਜਿਹਾ ਗੰਜਾ ਸੀ ਤੇ ਚਾਨਣੀ ਰਾਤ ਵਿੱਚ ਉਹ ਚਮਕਾ ਮਾਰ ਰਿਹਾ ਸੀ। ਪੈਰਾਂ ਥੱਲੇ ਛਾਂ ਸੀ, ਪਰ ਇਹ ਤਾਂ ਛਾਂ ਸੱਦਾ ਸਿੰਘ ਨੂੰ ਨਜ਼ਰ ਹੀ ਨਹੀਂ ਸੀ ਆ ਰਹੀ। ਕਿਉਂਕਿ ਛਾਤੀ ਤਣੀ ਤੇ ਧੌਣ ਉਭਰੀ ਹੋਈ ਕਰਕੇ ਕਾਲੀ ਚਿੱਟੀ ਰਾਤ ਵਿੱਚ ਉਹ ਇਉਂ ਨਜ਼ਰ ਆ ਰਿਹਾ ਸੀ ਜਿਵੇਂ ਕੋਈ ਦੈਂਤ ਖੜਾ ਹੋਵੇ। ਦੈਂਤ ਦਾ ਮਤਲਬ ਜਿਵੇਂ ਕੋਈ ਰਾਖਸ਼ਸ ਖੜਾ ਹੋਵੇ। ਜਿਉਣੀ ਹੋਰੀ ਆਖਣ ਲੱਗੇ, ਭਾਈ ਜੀ ਤੂੰ ਚਲਿਆ ਜਾ, ਖੂਹ ਨਾ ਸਾਡਾ ਡੱਕ ਤੂੰ। ਅਸੀਂ ਲੜਾਈ ਨਹੀਂ ਕਰਨਾ ਚਾਹੁੰਦੇ। ਡਰ ਅਤੇ ਕਮਜ਼ੋਰੀ ਨਾਲ ਉਹ ਦੋਨੋਂ ਹੀ ਉੱਚੀ ਬੋਲ ਰਹੇ ਸਨ। ਬਲਦ ਖੋਲ੍ਹੋ, ਬਲਦ ਆਪਣੇ। ਮੈਂ ਨਹੀਂ ਜਾਣਦਾ ਬਹੁਤੀਆਂ ਗੱਲਾਂ। ਕਿਹੜਾ ਖੁਲਾਊ ਬਲਦ ਸਾਡੇ? ਮੈਂ ਖਿਲਾਊਂ, ਮੈਂ ਜਿਹਨੇ ਅੱਗੇ ਖੁਲਾਏ ਨੇ। ਸੱਦਾ ਸਿੰਘ ਸੋਟੀ ਤੱਕ ਵੀ ਲੈ ਕੇ ਨਹੀਂ ਆਇਆ ਸੀ, ਨਾ ਹੀ ਉਸ ਨੂੰ ਲੋੜ ਸੀ। ਜਿਉਣੇ ਹੋਰ ਦੋਹਾਂ ਨੂੰ ਉਹ ਸਮਝਦਾ ਹੀ ਕੀ ਸੀ? ਖਾਧੀ ਪੀਤੀ ਰੋਟੀ। ਜੇ ਉਹ ਚਾਹੁੰਦਾ ਤਾਂ ਦੋਹਾਂ ਨੂੰ ਹੀ ਸਿਰ ਪੜਾ ਕੇ ਮਾਰ ਦਿੰਦਾ। ਅੱਗੋਂ ਉਸਨੇ ਕਿੰਨੀ ਵਾਰੀ ਉਹ ਦਬਕਾਏ ਹੋਏ ਸਨ। ਉਹਨਾਂ ਦੀ ਤਾਕਤ ਕੀ ਸੀ ਕਿ ਉਸਦੇ ਸਾਹਮਣੇ ਆਣ ਖਲੋਣ? ਉਸਨੂੰ ਆਪਣੀ ਤਾਕਤ ਉੱਤੇ ਪੂਰਾ ਭਰੋਸਾ ਸੀ। ਜਿਉਣੇ ਹੋਰੀ ਸੱਦਾ ਸਿੰਘ ਦੇ ਸਤਾਏ ਹੋਏ ਸਨ। ਰੋਜ਼ ਤੰਗ ਕਰਦਾ ਤੇ ਤੁਰਦਾ ਕੰਮ ਖਿਲਾਰ ਦਿੰਦਾ। ਰੱਬ ਹੀ ਬਣਿਆ ਹੋਇਆ ਸੀ ਉਹ ਤਾਂ। ਸੱਦਾ ਸਿੰਘ ਨੇ ਹੈਂਕੜ ਨਾਲ ਬੋਲ ਹੀ ਮੂੰਹੋਂ ਕੱਢਿਆ ਸੀ ਕਿ ਲੱਖ ਸਾਊਆਂ ਦਾ ਸਾਊ ਜਿਉਣਾ ਅੱਗ ਬਬੂਲਾ ਹੋ ਗਿਆ ਤੇ ਡਰ ਤੇ ਘਬਰਾਹਟ ਦੀ ਅੰਨੀ ਸ਼ਕਤੀ ਨਾਲ ਕਾਲਾ ਕਹਿਰ ਬਣ ਗਿਆ। ਉਸਨੇ ਕਹੀ ਚੁੱਕੀ ਤੇ ਬਿਜਲੀ ਵਰਗੀ ਤਾਕਤ ਨਾਲ ਸੱਦਾ ਸਿੰਘ ਦੇ ਸਿਰ ਦੇ ਵਿੱਚ ਮਾਰ ਦਿੱਤੀ। ਖੂਹ ਛਡਾਊ ਸਾਡਾ ਇਹ ਖੂਹ। ਬਲਦ ਖੋਲ੍ਹੋ, ਬਲਦ। ਉਹ ਦੰਦ ਪਸੀਜ ਰਿਹਾ ਸੀ ਤੇ ਲੱਖਾਂ ਕਰੋੜਾਂ ਸੱਪ ਜਿੰਨੀ ਜ਼ਹਿਰ ਨਾਲ ਉਹ ਭਰ ਗਿਆ ਸੀ। ਹੁਣ ਉਹ ਇੱਕ ਚੰਡਾਲ ਸੀ। ਉਸ ਦੀਆਂ ਅੱਖਾਂ ਲਟ ਲਟਾ ਕੇ ਕਾਲੀਆਂ ਅੱਗ ਵਰਗੀਆਂ ਬਣ ਗਈਆਂ ਸਨ। ਹਾਂਜੀ ਬੱਚੇ, ਅਸੀਂ ਜਿਹੜਾ ਅੱਜ ਚੈਪਟਰ ਰੀਡ ਕੀਤਾ ਹੈ 1.5 ਪੇਜ ਅਸੀਂ ਪੜ੍ਹ ਲਿਆ ਹੈ ਤੇ ਜਿਹੜਾ ਅੱਗੇ ਅਸੀਂ ਪੜ੍ਹਾਂਗੇ 1.5 ਪੇਜ ਅਸੀਂ ਨੈਕਸਟ ਆਪਦੀ ਵੀਡੀਓ ਵਿੱਚ ਪੜ੍ਹ ਕੇ ਇਸ ਕਹਾਣੀ ਨੂੰ ਪੂਰੇ ਕਰਾਂਗੇ। ਨਾਲ ਥੋੜ੍ਹੇ ਜਿਹੇ ਇਸ ਦੇ ਜਿਹੜੇ ਸ਼ੋਰਟ ਕੁਐਸਚਨ ਆਨਸਰਸ ਹੈ ਉਹ ਵੀ ਮੈਂ ਡਿਸਕਸ ਕਰਾਂਗੀ ਤੇ ਮੇਰੇ ਨਾਲ ਧਿਆਨ ਨਾਲ ਇਸ ਨੂੰ ਪੜ੍ਹਿਓ
ਤਾਂ ਕਿ ਤੁਹਾਨੂੰ ਇਸ ਦੀ ਕਹਾਣੀ ਸਮਝ ਆ ਜਾਏ ਕਿ ਇਸ ਕਹਾਣੀ ਵਿੱਚ ਕੌਣ ਹੈ ਅਤੇ ਉਸ ਦਾ ਕੀ ਰੋਲ ਹੈ। ਕਿਉਂਕਿ ਕਈ ਵਾਰ ਇਹਨਾਂ ਚੈਪਟਰਾਂ ਦੇ ਵਿੱਚੋਂ ਕਿਸੇ ਦਾ ਕਰੈਕਟਰ ਸਕੈਚ ਵੀ ਆ ਸਕਦਾ ਹੈ, ਲਾਈਕ ਚਰਿੱਤਰ ਚਿੱਤਰਨ, ਜਿਵੇਂ ਜਿਊਣੇ ਦਾ ਪੁੱਛ ਸਕਦੇ ਹਾਂ, ਬਚਨ ਸਿੰਘ ਦਾ ਪੁੱਛ ਸਕਦੇ ਹਾਂ, ਸੱਦਾ ਸਿੰਘ ਦਾ ਪੁੱਛ ਸਕਦੇ ਹਾਂ। ਇੱਦਾਂ ਕਰਕੇ ਤੁਹਾਨੂੰ ਇਹਨਾਂ ਦੇ ਨੇਚਰ ਬਾਰੇ, ਵੀ ਇਹ ਕਿਵੇਂ ਦੇ ਕਰੈਕਟਰ ਨੇ ਪੂਰੇ ਚੈਪਟਰ ਦੇ ਵਿੱਚ, ਉਹਦੇ ਬਾਰੇ ਤੁਹਾਨੂੰ ਦੱਸਣਾ ਪੈ ਸਕਦਾ ਹੈ। ਅਤੇ ਚੈਪਟਰ ਨੂੰ ਧਿਆਨ ਨਾਲ ਪੜ੍ਹਿਓ ਅਤੇ ਚੰਗੀ ਤਰ੍ਹਾਂ ਪੜ੍ਹਿਓ। ਧੰਨਵਾਦ।